ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣੇ ਪੰਜਾਬ ਐਗਜ਼ਾਮ ਥਿਊਰੀ ਦੇ ਚੈਨਲ ਤੇ ਸਵਾਗਤ ਹੈ। ਅੱਜ ਆਪਾਂ ਪੋਲਿਟੀ ਸਟਾਰਟ ਕਰਨ ਜਾ ਰਹੇ ਹਾਂ। ਟੌਪਿਕ ਬੋਰੋਡ ਪ੍ਰਿੰਸੀਪਲਸ ਐਂਡ ਫੰਡਾਮੈਂਟਲ ਡਿਊਟੀਜ਼। ਇਹ ਜ਼ੀਰੋ ਡੇਟਾ ਲਾਸ ਮਾਸਟਰ ਕਲਾਸ ਹੋਣ ਵਾਲੀ ਹੈ। ਭਾਵ ਜੋ ਵੀ ਫੈਕਟਸ, ਡੇਟਸ ਜਾਂ ਨੇਮਸ ਆਪਾਂ ਅੱਜ ਡਿਸਕਸ ਕਰਾਂਗੇ ਉਹ ਸਿੱਧੇ ਪੇਪਰ ਵਿੱਚ ਆਉਂਦੇ ਨੇ। ਸੋ ਪੂਰੀ ਤਰ੍ਹਾਂ ਫੋਕਸ ਬਣਾ ਕੇ ਰੱਖਣਾ ਕਿਉਂਕਿ ਅੱਜ ਕਵਰ ਕਰਨ ਲਈ ਬਹੁਤ ਸਾਰਾ ਕ੍ਰੂਸ਼ੀਅਲ ਡੇਟਾ ਹੈ ਆਪਣੇ ਕੋਲ। ਜਲਦੀ ਨਾਲ ਅੱਜ ਦੀ ਇਸ ਮਾਸਟਰ ਕਲਾਸ ਦਾ ਸਿਲੇਬਸ ਦੇਖ ਲੈਂਦੇ ਹਾਂ। ਆਪਾਂ ਸ਼ੁਰੂ ਕਰਾਂਗੇ ਡੀਐਸਪੀ ਅਤੇ ਡਿਊਟੀਜ਼ ਤੋਂ। ਫਿਰ ਪ੍ਰੈਜ਼ੀਡੈਂਟ ਵਰਸਸ ਗਵਰਨਰ ਦਾ ਡਾਇਰੈਕਟ ਕੰਪੈਰੀਜ਼ਨ ਦੇਖਾਂਗੇ। ਉਸ ਤੋਂ ਬਾਅਦ ਵੀਪੀ ਅਤੇ ਪਾਰਲੀਮੈਂਟ। ਫਿਰ ਆਵਾਂਗੇ ਪੰਚਾਇਤਸ, ਮਿਊਨਿਸਿਪੈਲਿਟੀਜ਼ ਅਤੇ ਆਖਿਰ ਵਿੱਚ ਸਟੇਟ ਲੈਜਿਸਲੇਚਰ। ਹਰ ਇੱਕ ਸਿੰਗਲ ਫੈਕਟ ਕਵਰ ਕੀਤਾ ਜਾਏਗਾ, ਸੋ ਫਿਕਰ ਦੀ ਕੋਈ ਗੱਲ ਨਹੀਂ। ਓਕੇ, ਲੈਟਸ ਡਾਈਵ ਇਨਟੂ ਦਿਸ। ਪਾਰਟ 4 ਤੇ ਪਾਰਟ 4A ਨਾਲ ਸਟਾਰਟ ਕਰਦੇ ਹਾਂ। ਡਾਇਰੈਕਟਿਵ ਪ੍ਰਿੰਸੀਪਲਸ ਤੇ ਫੰਡਾਮੈਂਟਲ ਡਿਊਟੀਜ਼। ਇਹ ਦੋਨੋਂ ਹੀ ਸਾਡੇ ਕਨਸਟੀਟਿਊਸ਼ਨ ਦੀ ਨੀਂਹ ਵਾਂਗੂ ਨੇ। ਡੀਪੀਐਸਪੀ ਯਾਨੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਅੱਛਾ, ਇਹ ਕਨਸੈਪਟ ਆਇਆ ਕਿੱਥੇ ਤੋਂ? ਸੋਰਸ ਹੈ ਆਇਰਲੈਂਡ। ਪਰ ਇੱਕ ਇੰਟਰਸਟਿੰਗ ਗੱਲ ਦੱਸਾਂ, ਉਹਨਾਂ ਨੇ ਆਪੇ ਇਹ ਸਪੇਨ ਤੋਂ ਉਧਾਰ ਲਿਆ ਸੀ। ਡਾਕਟਰ BR ਅੰਬੇਡਕਰ ਨੇ ਇਸ ਨੂੰ ਇੱਕ ਨੋਵਲ ਫੀਚਰ ਕਿਹਾ ਹੈ, ਮਤਲਬ ਬਿਲਕੁਲ ਨਵਾਂ ਫੀਚਰ। ਗ੍ਰੈਨਵਿਲ ਆਸਟਨ ਇਸ ਨੂੰ ਕੌਨਸ਼ੀਅੰਸ ਆਫ ਕੋਰਟ ਮੰਨਦੇ ਨੇ। ਹੁਣ ਅਗਰ ਆਪਾਂ ਇਹਨਾਂ ਦਾ ਕਲਾਸੀਫਿਕੇਸ਼ਨ ਕਰੀਏ ਤਾਂ ਇਹ 3 ਹਿੱਸਿਆਂ ਵਿੱਚ ਵੰਡੇ ਜਾਂਦੇ ਨੇ। ਸੋਸ਼ਲ ਆਰਟੀਕਲਸ ਵਿੱਚ 38, 39, 39A, 41, 42, 43, 43A ਅਤੇ 47 ਆਉਂਦੇ ਨੇ। ਗਾਂਧੀਅਨ ਪ੍ਰਿੰਸੀਪਲਸ ਵਿੱਚ 40, 43B, 46, 47 ਅਤੇ 48 ਹਨ ਅਤੇ ਲਿਬਰਲ ਵਿੱਚ 44, 45, 48, 48A, 49, 50 ਤੇ 51। ਇਹ ਕਲਾਸੀਫਿਕੇਸ਼ਨ ਯਾਦ ਰੱਖਣਾ ਡਾਇਰੈਕਟ ਸਵਾਲ ਬਣਦੇ ਨੇ ਇਸ ਤੋਂ। ਆਓ ਹੁਣ ਆਰਟੀਕਲਸ 36 ਤੋਂ 43A ਦੀ ਡੀਟੇਲ ਸਮਝੀਏ। ਆਰਟੀਕਲ 36 ਬੇਸਿਕਲੀ ਸਟੇਟ ਨੂੰ ਡਿਫਾਈਨ ਕਰਦਾ ਹੈ। 37 ਕਲੀਅਰ ਕਰਦਾ ਹੈ ਕਿ ਇਹ ਕੋਰਟਸ ਵਿੱਚ ਜਸਟਿਸ਼ੀਏਬਲ ਨਹੀਂ ਹਨ, ਮਤਲਬ ਤੁਸੀਂ ਇਹਨਾਂ ਨੂੰ ਲਾਗੂ ਕਰਵਾਉਣ ਲਈ ਕੋਰਟ ਨਹੀਂ ਜਾ ਸਕਦੇ। ਆਰਟੀਕਲ 38 ਵੈਲਫੇਅਰ ਦੀ ਗੱਲ ਕਰਦਾ ਹੈ ਤੇ 39 ਪਾਲਿਸੀ ਪ੍ਰਿੰਸੀਪਲਸ ਦੀ। ਹੁਣ ਧਿਆਨ ਦਿਓ, 42nd ਅਮੈਂਡਮੈਂਟ 1976 ਨਾਲ ਐਡ ਹੋਇਆ ਆਰਟੀਕਲ 39A ਬਹੁਤ ਹੀ ਕ੍ਰੂਸ਼ੀਅਲ ਹੈ, ਜੋ ਇਕੁਅਲ ਜਸਟਿਸ ਅਤੇ ਫ੍ਰੀ ਲੀਗਲ ਏਡ ਦਿੰਦਾ ਹੈ। ਆਰਟੀਕਲ 40 ਵਿਲੇਜ ਪੰਚਾਇਤਸ ਬਣਾਉਣ ਲਈ ਹੈ, 41 ਰਾਈਟ ਟੂ ਵਰਕ, 42 ਹਿਊਮਨ ਕੰਡੀਸ਼ਨਸ ਤੇ 43 ਲਿਵਿੰਗ ਵੇਜ ਲਈ। ਇਸੇ ਤਰ੍ਹਾਂ ਆਰਟੀਕਲ 43A ਵੀ 42nd ਅਮੈਂਡਮੈਂਟ ਰਾਹੀਂ ਐਡ ਕੀਤਾ ਗਿਆ ਸੀ, ਜੋ ਵਰਕਰਸ ਦੀ ਪਾਰਟਿਸਿਪੇਸ਼ਨ ਨੂੰ ਪ੍ਰਮੋਟ ਕਰਦਾ ਹੈ। Moving on to Articles 44 to 51, Article 44 Uniform Civil Code। ਇਹ ਲਗਾਤਾਰ ਪੁੱਛੇ ਜਾਣ ਵਾਲਾ ਪੇਪਰ ਫੇਵਰੇਟ ਹੈ, ਇਸ ਨੂੰ ਤਾਂ ਪੱਕਾ ਯਾਦ ਕਰ ਲਓ। 45 Early Childhood Care ਦੀ ਗੱਲ ਕਰਦਾ ਹੈ। 46 Minority ਅਤੇ SC/ST ਦੇ ਐਜੂਕੇਸ਼ਨਲ ਇੰਟਰਸਟਸ ਲਈ। 47 ਨਿਊਟ੍ਰੀਸ਼ਨ ਲੈਵਲ ਰੇਜ਼ ਕਰਾਉਣ ਲਈ ਅਤੇ 48 ਐਗਰੀਕਲਚਰ ਤੇ ਐਨੀਮਲ ਹਸਬੈਂਡਰੀ ਲਈ। ਫਿਰ ਆਂਦਾ ਹੈ ਆਰਟੀਕਲ 48A। ਇਹ ਵੀ 42nd ਅਮੈਂਡਮੈਂਟ 1976 ਨਾਲ ਜੁੜਿਆ, ਸਪੈਸ਼ਲੀ এনवायरमेंट ਪ੍ਰੋਟੈਕਸ਼ਨ ਲਈ। 49 ਮੋਨੂਮੈਂਟਸ ਦੀ ਪ੍ਰੋਟੈਕਸ਼ਨ ਲਈ। 50 ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਤੋਂ ਵੱਖ ਕਰਦਾ ਹੈ ਤੇ 51 ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਲਈ। ਹੁਣ ਸਕਰੀਨ ਤੇ ਇਹਨਾਂ ਓਰੀਜਨਲ ਹੈਂਡ ਰਿਟਨ ਨੋਟਸ ਵੱਲ ਧਿਆਨ ਦਿਓ। ਇਹਨਾਂ ਦੇ ਅਨੁਸਾਰ ਆਓ ਪਾਰਟ 4A ਯਾਨੀ ਫੰਡਾਮੈਂਟਲ ਡਿਊਟੀਜ਼ ਵੱਲ ਵਧਦੇ ਹਾਂ। ਫੰਡਾਮੈਂਟਲ ਡਿਊਟੀਜ਼ ਦਾ ਕਨਸੈਪਟ ਆਪਾਂ USSR ਤੋਂ ਲਿਆ ਹੈ। ਤੁਹਾਡੇ ਲਈ ਹੈਰਾਨੀ ਦੀ ਗੱਲ ਹੋ ਸਕਦੀ ਹੈ ਕਿ ਓਰੀਜਨਲ ਕਨਸਟੀਟਿਊਸ਼ਨ ਵਿੱਚ ਇਹ ਸਨੀ ਨਹੀਂ। ਯਾਦ ਰੱਖਿਓ, 42nd ਅਮੈਂਡਮੈਂਟ 1976 ਰਾਹੀਂ 10 ਡਿਊਟੀਜ਼ ਜੋੜੀਆਂ ਗਈਆਂ ਅਤੇ 11th ਡਿਊਟੀ 86th ਅਮੈਂਡਮੈਂਟ 2002 ਰਾਹੀਂ ਆਈ। ਇਹ ਮੋਰਲ ਨੇ ਤੇ ਨਾਨ ਐਨਫੋਰਸੇਬਲ ਹੈ। ਪਹਿਲੀ ਡਿਊਟੀ A ਕਨਸਟੀਟਿਊਸ਼ਨ ਨੂੰ ਅਬਾਈਡ ਕਰਨਾ। B ਹੈ ਆਪਣੇ ਨੋਬਲ ਆਈਡੀਅਲਸ ਨੂੰ ਚੈਰਿਸ਼ ਕਰਨਾ। C ਦੇਸ਼ ਦੀ ਸੋਵਰਨਿਟੀ ਅਤੇ ਇੰਟੈਗ੍ਰਿਟੀ ਨੂੰ ਪ੍ਰੋਟੈਕਟ ਕਰਨਾ। D ਆਪਣੇ ਕੰਟਰੀ ਨੂੰ ਡਿਫੈਂਡ ਕਰਨਾ ਅਤੇ E ਕਰਦਾ ਹੈ ਬ੍ਰਦਰਹੁੱਡ ਯਾਨੀ ਭਾਈਚਾਰੇ ਨੂੰ ਪ੍ਰਮੋਟ ਕਰਨਾ। ਬਾਕੀ ਬਚੀ ਡਿਊਟੀਜ਼ F ਤੋਂ ਕੇ ਧਿਆਨ ਨਾਲ ਸੁਣੋ। ਡਿਊਟੀ F ਆਪਣੀ ਰਿਚ ਹੈਰੀਟੇਜ ਨੂੰ ਪ੍ਰੀਜ਼ਰਵ ਕਰਦਾ ਹੈ। G এনवायरमेंट ਪ੍ਰੋਟੈਕਟ ਕਰਨਾ। H ਸਾਇੰਟਿਫਿਕ ਟੈਂਪਰ ਡਿਵੈਲਪ ਕਰਨਾ। I ਪਬਲਿਕ ਪ੍ਰਾਪਰਟੀ ਸੇਫਗਾਰਡ ਕਰਨਾ। J ਐਕਸਲੈਂਸ ਇਨ ਆਲ ਸਫੀਅਰਸ ਲਈ ਹੈ ਅਤੇ ਸਭ ਤੋਂ ਜ਼ਰੂਰੀ ਡਿਊਟੀ K, ਜਿਸ ਨੂੰ 86th ਅਮੈਂਡਮੈਂਟ 2002 ਰਾਹੀਂ ਜੋੜਿਆ ਗਿਆ। ਇਹ 6 ਤੋਂ 14 ਸਾਲ ਦੇ ਬੱਚਿਆਂ ਲਈ ਐਜੂਕੇਸ਼ਨ ਓਪਰਚੁਨਿਟੀਜ਼ ਦੇਣਾ ਮੈਂਡੇਟਰੀ ਕਰਦਾ ਹੈ। ਇਹ ਪੁਆਇੰਟ ਤਾਂ ਬਿਲਕੁਲ ਨਹੀਂ ਭੁੱਲਣਾ, ਇਹ ਐਗਜ਼ਾਮ ਦਾ ਹਿੱਟ ਕੁਐਸਚਨ ਹੈ। ਓਕੇ, ਲੈਟਸ ਸਵਿਚ ਗੀਅਰਸ। ਪਾਰਟ V ਅਤੇ ਪਾਰਟ 6। ਇੱਕ ਪਾਸੇ ਯੂਨੀਅਨ ਐਗਜ਼ੀਕਿਊਟਿਵ ਅਤੇ ਦੂਜੇ ਪਾਸੇ ਸਟੇਟ ਐਗਜ਼ੀਕਿਊਟਿਵ। ਇਹ ਡਾਇਰੈਕਟ ਕੰਪੈਰੀਜ਼ਨ ਕਰਕੇ ਸਮਝਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਨਾਓ ਵਾਟਸ ਰੀਅਲੀ ਇੰਟਰਸਟਿੰਗ ਅਬਾਊਟ ਦਿਸ ਸਲਾਈਡ ਇਜ਼ ਇਹਨਾਂ ਦੋਨੋਂ ਦੇ ਆਰਟੀਕਲਸ ਦੇ ਵਿੱਚ ਡਾਇਰੈਕਟ ਰਿਲੇਸ਼ਨ। ਦੇਖੋ, ਪ੍ਰੈਜ਼ੀਡੈਂਟ ਦੇ ਆਰਟੀਕਲਸ 52 ਤੋਂ 60 ਨੇ ਅਤੇ ਗਵਰਨਰ ਦੇ 153 ਤੋਂ 159।
ਆਰਟੀਕਲ 52 ਪ੍ਰੈਜ਼ੀਡੈਂਟ ਦਾ ਹੈ ਤਾਂ 153 ਗਵਰਨਰ ਦਾ। 53 ਵਿੱਚ ਯੂਨੀਅਨ ਐਗਜ਼ੀਕਿਊਟਿਵ ਪਾਵਰ ਹੈ, 154 ਵਿੱਚ ਸਟੇਟ ਪਾਵਰ। 54 ਇਲੈਕਸ਼ਨ ਆਫ ਪ੍ਰੈਜ਼ੀਡੈਂਟ ਲਈ ਤਾਂ 155 ਅਪਾਇੰਟਮੈਂਟ ਆਫ ਗਵਰਨਰ ਲਈ। ਆਰਟੀਕਲ 56 ਟਰਮ ਆਫ ਆਫਿਸ ਆਫ ਪ੍ਰੈਜ਼ੀਡੈਂਟ ਦੀ, 156 ਟਰਮ ਗਵਰਨਰ ਦੀ। 58 ਕੁਆਲੀਫਿਕੇਸ਼ਨਸ ਪ੍ਰੈਜ਼ੀਡੈਂਟ ਲਈ, 157 ਗਵਰਨਰ ਲਈ। ਆਰਟੀਕਲ 60 ਵਿੱਚ ਪ੍ਰੈਜ਼ੀਡੈਂਟ ਦੀ ਓਥ ਅਤੇ 159 ਵਿੱਚ ਗਵਰਨਰ ਦੀ ਓਥ ਆਂਦੀ ਹੈ ਨਾ ਇੰਟਰਸਟਿੰਗ। ਇਨ੍ਹਾਂ ਦੇ ਕ੍ਰਿਟੀਕਲ ਪਾਰਟਸ ਦੀ ਤੁਲਨਾ ਕਰੀਏ। ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਆਰਟੀਕਲ 61 ਵਿੱਚ ਦਿੱਤੀ ਗਈ ਹੈ ਅਤੇ ਗਵਰਨਰ ਦਾ ਡਿਸਚਾਰਜ 160 ਵਿੱਚ। ਹੁਣ ਸਭ ਤੋਂ ਮਹੱਤਵਪੂਰਨ ਪਾਰਡਨ ਪਾਵਰ। ਪ੍ਰੈਜ਼ੀਡੈਂਟ ਕੋਲ ਆਰਟੀਕਲ 72 ਵਿੱਚ ਮਾਫੀ ਦੇਣ ਦੀ ਤਾਕਤ ਹੈ ਅਤੇ ਗਵਰਨਰ ਕੋਲ 161 ਵਿੱਚ। ਗਵਰਨਰ ਦੀ ਐਗਜ਼ੀਕਿਊਟਿਵ ਪਾਵਰ ਦਾ ਐਕਸਟੈਂਟ 162 ਵਿੱਚ ਆਂਦਾ ਹੈ ਅਤੇ ਆਰਡੀਨੈਂਸ ਪ੍ਰੈਜ਼ੀਡੈਂਟ ਲਈ ਆਰਟੀਕਲ 123 ਹੈ। ਬਸ ਡਿਜਿਟਸ ਥੋੜੇ ਜਿੱਥੇ ਸਵਾਪ ਕਰ ਦਿਓ ਤਾਂ ਗਵਰਨਰ ਲਈ 213 ਬਣ ਜਾਂਦਾ ਹੈ। ਇਹ ਟ੍ਰਿਕ ਯਾਦ ਰੱਖਿਓ। ਵਾਈਸ ਪ੍ਰੈਜ਼ੀਡੈਂਟ ਅਤੇ ਕਾਉਂਸਲ ਆਫ ਮਿਨਿਸਟਰਸ ਬਾਰੇ ਗੱਲ ਕਰੀਏ। ਆਰਟੀਕਲ 63 ਤੋਂ 69 ਵਾਈਸ ਪ੍ਰੈਜ਼ੀਡੈਂਟ ਨਾਲ ਜੁੜੇ ਹਨ, ਜਿਵੇਂ ਕਿ ਆਰਟੀਕਲ 64 ਕਲੀਅਰ ਕਰਦਾ ਹੈ ਕਿ ਵੀਪੀ ਹੀ ਐਕਸ ਅਫੀਸ਼ੀਓ ਚੇਅਰਮੈਨ ਹੋਣਗੇ। ਆਰਟੀਕਲ 74 ਅਤੇ 75 ਪ੍ਰਾਈਮ ਮਿਨਿਸਟਰ ਅਤੇ ਬਾਕੀ ਮਿਨਿਸਟਰਸ ਲਈ ਹਨ। ਪਰ ਦੋਸਤੋ, ਪੇਪਰ ਵਿੱਚ ਬਾਰ-ਬਾਰ ਪੁੱਛੇ ਜਾਣ ਵਾਲਾ ਆਰਟੀਕਲ ਹੈ 76 ਅਟਾਰਨੀ ਜਨਰਲ ਆਫ ਇੰਡੀਆ। ਇਸ ਨੂੰ ਅੰਡਰਲਾਈਨ ਕਰ ਲਓ। ਅਤੇ ਆਰਟੀਕਲ 78 ਪੀਐਮ ਦੀ ਡਿਊਟੀਜ਼ ਦੱਸਦਾ ਹੈ ਕਿ ਉਹ ਪ੍ਰੈਜ਼ੀਡੈਂਟ ਨੂੰ ਪ੍ਰੋਪਰਲੀ ਇਨਫਾਰਮ ਕਰਕੇ ਰੱਖਣ। ਪਾਰਲੀਮੈਂਟ ਦੇ ਫਾਊਂਡੇਸ਼ਨ ਆਰਟੀਕਲਸ 79 ਤੋਂ 88 ਤੱਕ ਹਨ। ਆਰਟੀਕਲ 79 ਪਾਰਲੀਮੈਂਟ ਦੀ ਕਨਸਟੀਟਿਊਸ਼ਨ ਬਾਰੇ ਦੱਸਦਾ ਹੈ। 80 ਰਾਜ ਸਭਾ ਦੀ ਕੰਪੋਜੀਸ਼ਨ ਅਤੇ 81 ਲੋਕ ਸਭਾ ਦੀ ਕੰਪੋਜੀਸ਼ਨ ਬਾਰੇ। 82 ਹਰ ਸੈਂਸਸ ਦੇ ਬਾਅਦ ਰੀ-ਐਡਜਸਟਮੈਂਟ ਦੀ ਗੱਲ ਕਰਦਾ ਹੈ। 83 ਡਿਊਰੇਸ਼ਨ ਦੱਸਦਾ ਹੈ ਦੋਨੋਂ ਹਾਊਸਸ ਦੀ ਅਤੇ 84 ਕੁਆਲੀਫਿਕੇਸ਼ਨ। 85 ਸੈਸ਼ਨਸ, ਪ੍ਰੋਰੋਗੇਸ਼ਨ ਅਤੇ ਡਿਸੋਲੂਸ਼ਨ ਦੇ ਰੂਲਸ ਦੱਸਦਾ ਹੈ। 86 ਵਿੱਚ ਪ੍ਰੈਜ਼ੀਡੈਂਟ ਦਾ ਰਾਈਟ ਟੂ ਐਡਰੈਸ ਹੈ ਅਤੇ 87 ਵਿੱਚ ਉਹਨਾਂ ਦਾ ਸਪੈਸ਼ਲ ਐਡਰੈਸ। ਆਰਟੀਕਲ 88 ਮਿਨਿਸਟਰਸ ਅਤੇ ਅਟਾਰਨੀ ਜਨਰਲ ਦੇ ਰਾਈਟਸ ਫਿਕਸ ਕਰਦਾ ਹੈ ਹਾਊਸਸ ਦੇ ਅੰਦਰ। ਇਹ ਪ੍ਰੋਸੀਜਰਲ ਆਰਟੀਕਲਸ ਪੇਪਰ ਦੇ ਫੇਵਰੇਟ ਹਨ। ਆਰਟੀਕਲ 89 ਰਾਜ ਸਭਾ ਦਾ ਪ੍ਰੀਜ਼ਾਈਡਿੰਗ ਆਫਿਸਰ ਜੋ ਕਿ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਉਸ ਬਾਰੇ ਹੈ। 67B ਵਿੱਚ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਵੀਪੀ ਦਾ ਇੰਪੀਚਮੈਂਟ ਸਿਰਫ ਰਾਜ ਸਭਾ ਤੋਂ ਹੀ ਸ਼ੁਰੂ ਹੋ ਸਕਦਾ ਹੈ। ਆਰਟੀਕਲ 100 ਕੋਰਮ ਮੇਨਟੇਨ ਕਰਦਾ ਹੈ, ਮਤਲਬ ਮਿਨੀਮਮ ਅਟੈਂਡੈਂਸ। 108 ਜੁਆਇੰਟ ਸਿਟਿੰਗ ਲਈ ਹੈ ਜਿਸ ਨੂੰ ਪ੍ਰੈਜ਼ੀਡੈਂਟ ਬੁਲਾਉਂਦੇ ਹਨ ਅਤੇ ਰਾਜ ਸਭਾ ਦੀਆਂ ਸਪੈਸ਼ਲ ਪਾਵਰਸ ਹਨ ਆਰਟੀਕਲ 249 ਦੇ ਤਹਿਤ, ਜਿੱਥੇ ਉਹ ਸਟੇਟ ਲਿਸਟ ਤੇ ਕਾਨੂੰਨ ਬਣਾ ਸਕਦੇ ਹਨ ਅਤੇ 312 ਫॉर ਕ੍ਰੀਏਟਿੰਗ ਆਲ ਇੰਡੀਆ ਸਰਵਿਸਿਜ਼। ਹੁਣ ਆਉਂਦੇ ਹਾਂ ਲੋਕਲ ਸੈਲਫ ਗਵਰਨਮੈਂਟ ਯਾਨੀ ਪਾਰਟ 9 ਅਤੇ 9A ਵੱਲ। ਅੱਗੇ ਵਧਣ ਤੋਂ ਪਹਿਲਾਂ ਹਮੇਸ਼ਾ ਯਾਦ ਰੱਖਣਾ ਜ਼ਰੂਰੀ ਹੈ ਕਿ ਨੋਟਸ ਦੇ ਅਕੋਰਡਿੰਗ ਲਾਰਡ ਰਿਪਨ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਮੰਨਿਆ ਜਾਂਦਾ ਹੈ। ਪੰਚਾਇਤਾਂ ਲਈ 73ਵਾਂ ਅਮੈਂਡਮੈਂਟ 1992 ਰਾਹੀਂ ਸ਼ਡਿਊਲ 11 ਐਡ ਕੀਤਾ ਗਿਆ। ਆਰਟੀਕਲ 243 ਇਸ ਦੀ ਡੈਫੀਨੇਸ਼ਨ ਹੈ। 243A ਗ੍ਰਾਮ ਸਭਾ ਹੈ ਜੋ ਕਿ ਪਰਮਨੈਂਟ ਯੂਨਿਟ ਹੁੰਦੀ ਹੈ ਪਿੰਡ ਦੀ। 243B ਕਨਸਟੀਟਿਊਸ਼ਨ ਆਫ ਪੰਚਾਇਤਸ ਜੋ ਕਿ 3 ਟੀਅਰ ਸਿਸਟਮ ਹੈ। 243C ਕੰਪੋਜੀਸ਼ਨ ਦੱਸਦਾ ਹੈ। ਆਰਟੀਕਲ 243D ਸਭ ਤੋਂ ਅਹਿਮ ਹੈ, ਰਿਜ਼ਰਵੇਸ਼ਨ ਆਫ ਸੀਟਸ, ਜਿੱਥੇ ਔਰਤਾਂ ਲਈ 1/3 ਰਿਜ਼ਰਵੇਸ਼ਨ ਪੱਕੀ ਕੀਤੀ ਗਈ ਹੈ ਅਤੇ 243E ਡਿਊਰੇਸ਼ਨ 5 ਸਾਲ ਤੈਅ ਕਰਦਾ ਹੈ। ਫੰਕਸ਼ਨਸ ਦੀ ਗੱਲ ਕਰੀਏ ਤਾਂ ਆਰਟੀਕਲ 243F ਡਿਸਕੁਆਲੀਫਿਕੇਸ਼ਨਸ ਦੱਸਦਾ ਹੈ, ਜਿੱਥੇ ਮਿਨੀਮਮ ਏਜ 21 ਸਾਲ ਹੋਣੀ ਚਾਹੀਦੀ ਹੈ ਚੁਣਾਵ ਲੜਨ ਲਈ। 243G ਪਾਸ ਦਿੰਦਾ ਹੈ। ਯਾਦ ਰੱਖਣਾ ਹੈ ਕਿ ਟੋਟਲ 29 ਸਬਜੈਕਟਸ ਇਹਨਾਂ ਦੇ ਅਧਿਕਾਰ ਵਿੱਚ ਆਉਂਦੇ ਹਨ। 243H ਟੈਕਸ ਇੰਪੋਜ਼ ਕਰਨ ਦੀ ਪਾਵਰ ਹੈ। 243I ਫਾਈਨਾਂਸ ਕਮਿਸ਼ਨ ਲਈ ਹੈ ਜਿਸ ਨੂੰ ਗਵਰਨਰ ਬਣਾਉਂਦੇ ਹਨ। 243J ਆਡਿਟ ਲਈ ਅਤੇ 243K ਸਟੇਟ ਇਲੈਕਸ਼ਨ ਕਮਿਸ਼ਨ ਜੋ ਡਾਇਰੈਕਟ ਇਲੈਕਸ਼ਨਸ ਕੰਡਕਟ ਕਰਵਾਉਂਦਾ ਹੈ ਪੰਚਾਇਤਾਂ ਦੇ। ਆਰਟੀਕਲ 243M ਪੇਪਰ ਦੇ ਐਜ ਕੇਸਿਸ ਲਈ ਬਹੁਤ ਖਾਸ ਹੈ। ਕੁਝ ਏਰੀਆਜ਼ ਵਿੱਚ ਪੰਚਾਇਤ ਰੂਲਸ ਲਾਗੂ ਨਹੀਂ ਹੁੰਦੇ। ਉਹ ਐਕਸੈਪਸ਼ਨਸ ਹਨ ਮੇਘਾਲਿਆ, ਨਾਗਾਲੈਂਡ, ਮਿਜ਼ੋਰਾਮ, ਮਣੀਪੁਰ ਦੇ ਹਿਲ ਏਰੀਆਜ਼ ਅਤੇ ਦਾਰਜਲਿੰਗ। ਯੂਨੀਅਨ ਟੈਰੀਟਰੀਜ਼ ਵਿੱਚ 2 ਟੀਅਰ ਸਿਸਟਮ ਕਿੱਥੇ ਹੈ? ਦਾਦਰ ਐਂਡ ਨਗਰ ਹਵੇਲੀ, ਦਮਨ ਐਂਡ ਦਿਊ ਅਤੇ ਲਕਸ਼ਦਵੀਪ ਵਿੱਚ। ਸਿੱਕਿਮ, ਗੋਆ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਬਾਰੇ ਵੀ ਸਪੈਸੀਫਿਕ ਨੋਟਸ ਮਾਰਕ ਕੀਤੇ ਗਏ ਹਨ ਜਿਨ੍ਹਾਂ ਦਾ ਤੁਹਾਨੂੰ ਖਿਆਲ ਰੱਖਣਾ ਹੈ। ਪਾਰਟ IA ਆਂਦਾ ਹੈ ਮਿਊਨਿਸਿਪੈਲਿਟੀਜ਼ ਲਈ। ਇਹ 74th ਅਮੈਂਡਮੈਂਟ 1992 ਨਾਲ ਆਏ ਅਤੇ ਸ਼ੈਡਿਊਲ 12 ਐਡ ਕਰਕੇ 18 ਸਬਜੈਕਟਸ ਦਿੱਤੇ ਗਏ। ਆਰਟੀਕਲਸ ਹਨ 243P ਤੋਂ 243ZG ਤੱਕ।
ਇਹਨਾਂ ਦਾ ਪੋਪੂਲੇਸ਼ਨ ਥ੍ਰੈਸ਼ੋਲਡ ਕਲੀਅਰ ਰੱਖਣਾ ਚਾਹੀਦਾ ਹੈ। 11,000 ਤੋਂ 25,000 ਤੱਕ ਨਗਰ ਪੰਚਾਇਤ ਹੁੰਦੀ ਹੈ। 3 ਲੱਖ ਤੋਂ ਘੱਟ ਹੋਵੇ ਤਾਂ ਮਿਊਨਿਸਪਲ ਕਾਉਂਸਲ ਅਤੇ 3 ਲੱਖ ਤੋਂ ਵੱਧ ਪੋਪੂਲੇਸ਼ਨ ਹੋਵੇ ਤਾਂ ਮਿਊਨਿਸਪਲ ਕਾਰਪੋਰੇਸ਼ਨ ਬਣਦੀ ਹੈ। ਚਲੋ ਆਪਣੇ ਆਖਰੀ ਮੇਜਰ ਸੈਕਸ਼ਨ ਵੱਲ ਮੂਵ ਕਰਦੇ ਹਾਂ, ਸਟੇਟ ਲੈਜਿਸਲੇਚਰ। ਇਹ ਕਵਰ ਕਰਦਾ ਹੈ ਆਰਟੀਕਲਸ 168 to 213 ਤੱਕ। So, the crucial point is the mnemonic that comb। ਆਰਟੀਕਲ 168 ਕਨਸਟੀਟਿਊਸ਼ਨ ਦੱਸਦਾ ਹੈ ਅਤੇ 169 ਲੈਜਿਸਲੇਟਿਵ ਕਾਉਂਸਲ ਬਣਾਉਣ ਜਾਂ ਖਤਮ ਕਰਨ ਦਾ ਤਰੀਕਾ। that comb ਦਾ ਮਤਲਬ ਉਹ ਸਟੇਟਸ ਹਨ ਜਿੱਥੇ ਦੋ ਸਦਨੀ ਪ੍ਰਬੰਧ ਯਾਨੀ ਬਾਈਕੈਮਰਲ ਲੈਜਿਸਲੇਚਰ ਹੈ। यूपी, महाराष्ट्र, बिहार, कर्नाटका, आंध्र प्रदेश ਅਤੇ तेलंगाना। ਬਾਕੀ 70 ਤੋਂ 179 ਅਸੈਂਬਲੀ ਦੀ ਕੰਪੋਜੀਸ਼ਨ, ਡਿਊਰੇਸ਼ਨ ਅਤੇ ਸਪੀਕਰ ਵਰਗੇ ਆਫੀਸਰਸ ਦੀ ਡਿਟੇਲ ਦਿੰਦੇ ਹਨ। ਸਟੇਟ ਲੈਜਿਸਲੇਚਰ ਦੇ ਮੈਂਬਰਸ ਦੀਆਂ ਡਿਟੇਲਸ ਆਰਟੀਕਲ 188 ਵਿੱਚ ਉਹਨਾਂ ਦੀ ਓਥ ਆਂਦੀ ਹੈ, 189 ਵਿੱਚ VOTING ਅਤੇ ਕੋਰਮ, 190 ਸੀਟਸ ਦਾ ਵੇਕੇਟ ਹੋਣਾ, 191 ਵਿੱਚ ਡਿਸਕੁਆਲੀਫਿਕੇਸ਼ਨ ਕ੍ਰਾਈਟੇਰੀਆ ਹਨ ਅਤੇ 192 ਵਿੱਚ ਉਹਨਾਂ ਡਿਸਕੁਆਲੀਫਿਕੇਸ਼ਨਸ ਤੇ ਡਿਸੀਜਨ ਲਿਆ ਜਾਂਦਾ ਹੈ। 193 ਪੈਨਲਟੀ ਕਰਦਾ ਹੈ, 194 ਉਹਨਾਂ ਦੀਆਂ ਪਾਵਰਸ, ਪ੍ਰਿਵਿਲੇजेस ਤੇ ਇਮਿਊਨਿਟੀ ਦੀ ਗੱਲ ਕਰਦਾ ਹੈ ਅਤੇ 195 ਉਹਨਾਂ ਦੀਆਂ ਸੈਲਰੀਜ਼ ਲਈ ਸੈਟ ਹੈ। ਆਖਿਰ 'ਚ ਆਪਣੇ ਪ੍ਰੋਸੀਜਰਲ ਆਰਟੀਕਲਸ। ਆਰਟੀਕਲ 196 ਬਿਲਸ ਦੀ ਇੰਟਰੋਡਕਸ਼ਨ ਬਾਰੇ ਹੈ। 197 ਲੈਜਿਸਲੇਟਿਵ ਕਾਉਂਸਲ ਦੀ ਤਾਕਤ ਰਿਸਟ੍ਰਿਕਟ ਕਰਦਾ ਹੈ ਮਨੀ ਬਿਲਸ ਦੇ ਮਾਮਲੇ ਵਿੱਚ। 198 ਵਿੱਚ ਸਪੈਸ਼ਲ ਪ੍ਰੋਸੀਜਰ ਹੈ ਮਨੀ ਬਿਲ ਲਈ ਅਤੇ 199 ਮਨੀ ਬਿਲ ਦੀ ਐਗਜ਼ੈਕਟ ਡੈਫੀਨੇਸ਼ਨ ਦਿੰਦਾ ਹੈ। ਆਰਟੀਕਲ 200 ਦੱਸਦਾ ਹੈ ਗਵਰਨਰ ਦਾ ਬਿਲਸ ਉੱਤੇ ਅਸੈਂਟ ਦੇਣਾ। 202 ਵਿੱਚ ਸਟੇਟ ਦਾ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਯਾਨੀ ਬਜਟ ਆਉਂਦਾ ਹੈ ਅਤੇ ਯਾਦ ਹੈ ਨਾ ਆਰਟੀਕਲ 213 ਗਵਰਨਰ ਦੀ ਆਰਡੀਨੈਂਸ ਮੇਕਿੰਗ ਪਾਵਰ ਹੈ। ਬਹੁਤ ਵਧੀਆ। ਐਡ ਡੈਂਸ ਜ਼ੀਰੋ ਡੇਟਾ ਲਾਸ ਮਾਸਟਰ ਕਲਾਸ ਇੱਥੇ ਪੂਰੀ ਹੁੰਦੀ ਹੈ। ਸੋਚੋ ਜ਼ਰਾ ਕਿਵੇਂ ਇਹ ਸਾਰੇ ਆਰਟੀਕਲਸ ਸਾਡੇ ਕਨਸਟੀਟਿਊਸ਼ਨਲ ਸਿਸਟਮ ਦੀ ਆਤਮਾ ਹਨ ਅਤੇ ਹਰ ਰੋਜ਼ ਇਸ ਦੇਸ਼ ਨੂੰ ਚਲਾਉਂਦੇ ਹਨ। ਇਹਨਾਂ ਨੋਟਸ ਨੂੰ ਬਿਲਕੁਲ ਧਿਆਨ ਵਿੱਚ ਰੱਖਣਾ ਕਿਉਂਕਿ ਐਗਜ਼ਾਮਸ ਵਿੱਚ ਇਸ ਤੋਂ ਬਾਹਰ ਕੁਝ ਨਹੀਂ ਆਏਗਾ। ਪੜ੍ਹਾਈ ਲਗਾਤਾਰ ਜਾਰੀ ਰੱਖੋ ਅਤੇ ਆਉਣ ਵਾਲੇ ਐਗਜ਼ਾਮਸ ਵਿੱਚ ਪੂਰੀ ਕਾਮਯਾਬੀ ਹਾਸਲ ਕਰੋ। ਬੈਸਟ ਆਫ ਲੱਕ।